जनाब दुध जो बच्चे नूं पिलाना ना वो मेरे लिए पैसे ज़्यादा दे जाता है। दुध नालों ज़्यादा प्रॉफिट बच्चे नूं दुध देंगे तो मेरा बच्चा सही तंदुरुस्त होगा, सेहतमंद होगा, जल्दी मेरे लिए अपनी जान सैट करेगा तो कुर्बानी के पैसे चंगे पैसे दे जाता है। मशवरा मेरे लिए जो कारोबार अपना वो अपना ही डंगर है, ये अपनी मर्जी नाल खोल के अपनी मर्जी नाल जाके बन छड़ने ने, किसी की मताजी तो मताजी है नहीं। नौकरी करांगे किसी भी चीज खाते में मेरे लोग किसी की गुलामी है, उसकी मर्जी के मुताबिक चलना, अपनी मर्जी है। 10 मिनट घंटा आधा घंटा लेट घट वध हो जाता तो कोई प्रॉब्लम नहीं है। दुध नस्लों का ही होंगे और मेरे लिए पठवारियां दुद्धां थोड़ी दिंदियां ने, पठवारी तो पा दुध दिंदे किलो किलो दुध। सर जी मुतमिन का मकसद है मेरे लिए भाई कोई भी काम है मेरे लिए उख्त नाल ही सौखे। ਜਿਹੜਾ ਬੰਦਾ ਸੋਲ ਬੱਚਾ ਮੇਰਾ ਜਾਂ ਕੋਈ ਕਾਰੋਬਾਰ ਕਰਨ ਵਾਲੇ ਜੋ ਸ਼ਹਿਰਾਂ 'ਚ ਰਹਿਣ ਵਾਲੇ ਨੇ, ਏਸੀਆਂ ਕੇ ਸੌਣ ਵਾਲੇ, ਤੇ ਉਹ ਗਰਮੀ 'ਚ ਬਰਦਾਸ਼ਤ ਨਹੀਂ ਕਰ ਸਕਦੇ ਹਨ। ਸਾਹੀਵਾਲ ਦਾ ਫਿਰ ਇੱਕ ਸਪੈਸ਼ਲ ਮੇਰਾ ਜਾਨਵਰ ਲਾ ਕੇ ਆਉਣਾ, ਉਹਨੂੰ ਕਿੱਲੇ ਦਾ ਮੇਰੇ ਲੋ ਬਾਹਰ ਖੋਲਾਂਗੇ, ਉਹਨੂੰ ਪਰੇਸ਼ਾਨੀ ਹੋਵੇਗੀ, ਉਹ ਚਰਦਾ ਨਹੀਂ ਹੈ, ਕਮਜ਼ੋਰ ਹੋ ਜਾਏਗਾ, ਉਹ ਨਹੀਂ ਮੇਰਾ ਸੈੱਟ ਹੁੰਦਾ। ਇਹਦੇ ਵਿੱਚ ਮੇਰੇ ਲਈ ਕ੍ਰਾਸ ਹੁੰਦਾ ਤੇ ਤਾਂ ਵਾਸਤੇ ਸ਼ੁਰੂ ਬਚਪਨ ਤੋਂ ਖਾਣਾ ਪੀਣਾ ਸ਼ੁਰੂ ਕਰ ਦਿੰਦਾ ਡੰਗਰਾਂ ਨਾਲ ਫਿਰ ਕੇ ਬਾਹਰ, ਤੇ ਉਹ ਸਹੀ ਹੋ ਜਾਂਦਾ, ਸਿਹਤਮੰਦ ਹੋ ਜਾਂਦਾ। अस्सलाम वालेकुम। वालेकुम सलाम सर की हाल है? खैरियत सर, दुआवां शुक्र अल्लाह दा। जनाब दा की नाम है? मेरा नाम जनाब मोहम्मद बशीर। बशीर साहब किस इलाके तो तलक है? मेरा गुजरात तो तलक है, मेरा गाँव मेरा किला सलाम नगर। ते सर तुसी किन्ने सालां तू जानवरां दा कारोबार करदे हो पे? तकरीबन 10-12 साल तो मैं कर रहा। माशाअल्लाह। ते सर 10-12 साल दा तजर्बा किस तरह दा रहा है? ए काम च कोई नफा है या के कोई नुकसान है? नहीं जनाब नफा ही नफा, मेरा जानवर तंदुरुस्ती होनी चाहिए जानवरां दी, ते मेरा नफा ही नफा। ठीक है। ते माशाअल्लाह तुहाडे कोल सारियां गावां ही ने? जी जी गावां विच बच्चे ने गाड़े, यानी कि ਜਿਹੜਾ ਆਪਣਾ ਘਰ ਦਾ ਮਾਲ ਹੈ ਉਹਨਾਂ ਤੋਂ ਗੁਵੱਛੇ ਤਿਆਰ ਕਰਦੇ ਹੋ ਪਏ? ਜੀ ਬਿਲਕੁਲ। ਤੇ ਸਰ ਤੁਹਾਡਾ ਜਿਹੜਾ ਮੇਨ ਸਰਕਟ ਇਹਨਾਂ ਤੋਂ ਚੱਲਦਾ ਹੈ, ਤੁਸੀਂ ਕੀ ਸਕੀਮ ਅਪਣਾਈ ਹੈ? ਤੁਸੀਂ ਇਹਨਾਂ ਦਾ ਦੁੱਧ ਸੇਲ ਕਰਦੇ ਹੋ ਜਾਂ ਕਿ ਇਹਨਾਂ ਦੇ ਜਿਹੜੇ ਛੋਟੇ ਜਾਨ ਨੇ ਉਹ ਤਿਆਰ ਕਰਕੇ ਈਦ ਉੱਤੇ ਵੇਚਦੇ ਹੋ? ਦੁੱਧ ਵੀ ਜਿਹੜਾ ਮੇਰਾ ਜਨਾਬ ਵੇਚੀਦਾ ਥੋੜਾ ਬਹੁਤਾ ਜਿਹੜਾ ਹੋਵੇ, ਤੇ ਬਾਕੀ ਮੇਰਾ ਜਾਨਵਰਾਂ ਨੂੰ ਬੱਚਿਆਂ ਨੂੰ ਮੇਰੇ ਨੂੰ ਦੁੱਧ ਸ਼ੁੱਧ ਪਿਲਾਈਦਾ, ਤੇ ਉਹ ਜਾਨਵਰ ਕੁਰਬਾਨੀ ਤੇ ਮੇਰਾ ਤਿਆਰ ਕਰਕੇ ਤੇ ਵੇਚੀਦੇ ਨੇ। ਮਾਸ਼ਾਅੱਲਾ। ਤੇ ਹਰ ਸਾਲ ਤੁਸੀਂ ਕਿੰਨੇ ਕ ਬੱਚੇ ਤਿਆਰ ਕਰ ਲੈਂਦੇ ਹੋ? ਜਿੰਨੇ ਵੀ ਹੋਣ ਮੇਰਾ 1-2 ਜਿਹੜੇ ਵੀ ਵਾੜੇ ਹੋਣ ਤੇ ਉਹ ਵੇਚ ਛੜੀ ਦੇਣ ਕੁਰਬਾਨੀ। ਇਹ ਅੰਦਾਜ਼ਨ ਕਿੰਨੇ ਕੋਈ ਆਂਦੇ ਨੇ ਤਿਆਰ? 1-2 ਹੋ ਗਿਆ, ਕਈ ਵਾਰੀ 2-4 ਹੋ ਗਏ, ਕਈ ਵਾਰੀ 1 ਹੋ ਗਿਆ, ਕਈ ਵਾਰੀ 5 ਹੋ ਗਿਆ, ਇਸ ਤਰ੍ਹਾਂ ਮੇਰੇ ਵਾੜੇ ਤਿਆਰ ਹੁੰਦੇ ਨੇ। ਮਾਸ਼ਾਅੱਲਾ। ਤੇ ਸਰ ਕੁਝ ਦੋਸਤ ਹੁੰਦੇ ਨੇ ਉਹ ਸਿਰਫ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਜਲਦੀ ਸੇਲ ਕਰ ਦਈਏ, ਸਿਰਫ ਜਿਹੜਾ ਦੁੱਧ ਦੇ ਜਾਨਵਰ ਦਾ ਉਹ ਸੇਲ ਕਰੀਏ ਤੇ ਉਹਦੇ ਤੋਂ ਕਮਾਈ ਕਰੀਏ। ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਨਾਲ ਜਿਹੜਾ ਬੱਚਾ ਉਹਨੂੰ ਵੀ ਦੁੱਧ ਪਿਲਾਓ ਤੇ ਕਿੰਨੇ ਮਹੀਨੇ ਪਿਲਾਓ? ਹਿਸਾਬ ਵਿੱਚ ਜੀ ਜਨਾਬ ਦੁੱਧ ਜਿਹੜਾ ਬੱਚੇ ਨੂੰ ਪਿਲਾਣਾ ਨਾ ਉਹ ਮੇਰੇ ਲਈ ਪੈਸੇ ਜ਼ਿਆਦਾ ਦੇ ਜਾਂਦਾ। ਦੁੱਧ ਨਾਲੋਂ ਜ਼ਿਆਦਾ ਪ੍ਰੋਫਿਟ ਬੱਚੇ ਨੂੰ ਦੁੱਧ ਦੇਵਾਂਗੇ ਤੇ ਮੇਰਾ ਬੱਚਾ ਸਹੀ ਤੰਦਰੁਸਤ ਹੋਵੇਗਾ, ਸਿਹਤਮੰਦ ਹੋਵੇਗਾ, ਜਲਦੀ ਮੇਰੇ ਲਈ ਆਪਣੀ ਜਾਨ ਸੈੱਟ ਕਰੇਗਾ ਤੇ ਕੁਰਬਾਨੀ ਦੇ ਪੈਸੇ ਚੰਗੇ ਪੈਸੇ ਦੇ ਜਾਂਦਾ। ਜ਼ਿੰਦਾਬਾਦ। ਵੈਸੇ ਵੀ ਉਹਦਾ ਹੱਕ ਬਣਦਾ ਹੈ। ਹੱਕ ਬਣਦਾ ਉਹਦਾ। ਤੇ ਤੁਸੀਂ ਜਿਹੜਾ ਜਾਬ ਹੈ ਉਹਨੂੰ ਕਿੰਨੇ ਮਹੀਨੇ ਦੁੱਧ ਪਿਲਾਉਂਦੇ ਹੋ ਤੇ ਕਿੰਨੇ ਥਣ ਪਿਲਾਉਂਦੇ ਹੋ? ਕਿੰਨਾ ਦੁੱਧ ਉਹਨੂੰ ਪਿਲਾਉਣਾ ਚਾਹੀਦਾ? 2 ਥਣ ਉਹਨੂੰ ਛੱਡਨੇ ਆ, ਮੇਰਾ 2 ਅਸੀਂ ਘਰ ਦੇ ਚੋ ਲੈਨੇ ਆ, ਔਰ ਮੇਰਾ ਤਕਰੀਬਨ 2 ਸਾਲ ਤੱਕ ਜਦੋਂ ਤੱਕ ਮੇਰੇ ਲਈ ਗਾਂ ਨੇ ਛੱਡਣਾ, ਮੇਰੇ ਲਈ ਆਪੂ ਗਾਂ ਨੇ ਪਿੱਛਾ ਕਰਨਾ, ਉਹਨੂੰ ਮੇਰੇ ਲਈ ਲੱਤਾਂ ਛੱਤਾਂ ਮਾਰਨੀਆਂ ਨੇ, ਤੇ ਫਿਰ ਅਸੀਂ ਉਹਦਾ ਦੁੱਧ ਛਡਾਣਾ, ਨਹੀਂ ਤੇ ਵੈਸੇ ਦੁੱਧ ਪੀਂਦਾ ਰਹਿੰਦਾ ਉਹ ਜਾ। ਤੇ ਸਾਲ ਪੂਰਾ ਹੀ ਫਿਰ 2 ਥਣ ਪਿਲਾਉਂਦੇ ਹੋ? ਸਾਲ ਮੇਰਾ ਪੂਰਾ ਮੇਰਾ 1.5 ਸਾਲ 2 ਥਣ ਮੇਰੇ ਲਈ। ਕਈ ਵਾਰੀ ਸ਼ੁਰੂ ਤੋਂ ਮੇਰਾ ਸਾਰਾ ਵੀ ਪਿਲਾਈਦਾ, ਬੱਚਾ ਸੈੱਟ ਹੋ ਜਾਏ ਮੇਰੇ ਲਈ 2-3 ਮਹੀਨੇ ਜਿਹੜਾ ਦੁੱਧ ਚੰਗਾ ਪੀ ਜਾਏ ਤੇ ਬੱਚਾ ਸੈੱਟ ਹੋ ਜਾਂਦਾ। ਜੀ ਤੇ ਸਾਰੇ ਜਿਹੜੇ ਤੁਸੀਂ 2 ਥਣ ਦਾ ਜ਼ਿਕਰ ਕਰਦੇ ਹੋ ਇਹ ਕਿਹੜੇ ਹੁੰਦੇ ਨੇ, ਅਗਲੇ ਜਾਂ ਪਿਛਲੇ? ਜਿਹੜੇ ਵੀ ਮਰਜ਼ੀ ਪੀ ਲੈਣ। ਪਿਛਲੇ ਥਾਣਾ 'ਚ ਦੁੱਧ ਜ਼ਿਆਦਾ ਨਹੀਂ ਹੁੰਦਾ? ਜੀ ਦੁੱਧ ਅੱਗੇ ਵੀ ਹੁੰਦਾ ਜ਼ਿਆਦਾ, ਤਕਰੀਬਨ ਇੱਕੋ ਜਿਹਾ ਦੁੱਧ ਹੁੰਦਾ, ਘਟਾ ਵਾਧਾ ਹੋ ਜਾਂਦਾ, ਥੋੜਾ ਬਹੁਤਾ ਹੀ ਹੁੰਦਾ, ਘਟਾ ਵਾਧਾ ਕੋਈ ਨਹੀਂ। ਅੱਛਾ, ਜਿਹੜੇ ਮਰਜ਼ੀ ਤੁਸੀਂ ਪਿਲਾ ਦੇਵੋ? ਜੀ ਬਿਲਕੁਲ। ਤੇ ਇਹ ਜਿਹੜਾ ਛੋਟਾ ਬੱਚਾ ਹੈ ਉਹਨੂੰ ਦੁੱਧ ਦੇ ਇਲਾਵਾ ਹੋਰ ਕਿਹੜੀ ਚੀਜ਼ ਪਾਉਂਦੇ ਹੋ ਕਿ ਉਹਦੀ ਜਿਹੜੀ ਸਿਹਤ ਤੇ ਉਹ ਅੱਛੀ ਹੋਏ? ਘਾਸ ਮੇਰਾ ਖਲਾਈਦਾ ਉਹਨੂੰ, ਮੇਰਾ ਘਾਸ ਪੱਠੇ ਛੱਠੇ ਕੁੱਤਰ ਕੇ ਮੇਰੇ ਲਈ ਅੱਛੇ, ਮੇਰਾ ਹਰਾ ਪੱਠਾ ਉਹ ਖਲਾਈਦਾ ਮੇਰੇ ਲਈ। ਕੋਈ ਖਾਲ ਛਾਲ ਬੰਡਾ ਛੰਡਾ ਕੋਈ ਥੋੜਾ ਬਹੁਤਾ ਹੋਵੇ ਤੇ ਮੇਰਾ ਸੜ ਛੜਿਆ ਖਲਾ ਲਿਆ ਤੇ ਸਾਡ ਬੱਚਾ ਮੇਰਾ ਜਿਹੜਾ ਸਹੀ ਜਲਦੀ ਸਿਹਤਮੰਦ ਰਹਿੰਦਾ। ਠੀਕ ਹੈ। ਤੇ ਸਰ ਜਨਾਬ ਕੋਲ ਗਾਵਾਂ ਦੀ ਕਿਹੜੀ ਨਸਲ ਮੌਜੂਦ ਹੈ? ਮੇਰੇ ਕੋਲ ਜਨਾਬ ਨਸਲ ਹੈ ਮੇਰਾ ਤਕਰੀਬਨ ਦੋਗਲੀਆਂ ਸਾਹੀਵਾਲ। ਸਾਰੀਆਂ ਜੀ ਕ੍ਰਾਸ ਨੇ? ਕ੍ਰਾਸ। ਸਾਹੀਵਾਲ ਤੇ ਕਿਹਦਾ ਕ੍ਰਾਸ ਹੈ? ਸਾਹੀਵਾਲ ਮੇਰੇ ਲਈ ਸੂਏ ਵਾੜੇ ਜਿਹੜੇ ਮੇਰੇ ਹੁੰਦੇ ਚੰਗੇ ਬਗਲ ਸ਼ਕਲ ਵਾਲੇ ਵਾੜੇ ਉਹਨਾਂ ਦੇ ਮੇਰਾ ਕ੍ਰਾਸਿੰਗ। ਠੀਕ ਹੈ, ਯਾਨੀ ਸਾਹੀਵਾਲ ਦੀਆਂ ਕ੍ਰਾਸ ਚੰਗਾ ਮੇਰੇ ਹੋਵੇ ਉਹਦੀ ਮੇਰਾ ਕ੍ਰਾਸਿੰਗ ਕਰਾਈ ਦੀ ਹੈ। ਜੀ ਤੇ ਸਰ ਤੁਸੀਂ ਜਿਹੜੀ ਪਿਓਰ ਸਾਹੀਵਾਲ ਨਸਲ ਹੈ ਜੀ ਉਹ ਕਿਉਂ ਨਹੀਂ ਰੱਖੀ? ਤੁਹਾਡੇ ਇਲਾਕੇ 'ਚ ਕੁਝ ਦੋਸਤਾਂ ਨੇ ਦੇਸੀ ਨਸਲ ਵੀ ਰੱਖੀ ਹੈ, ਤੁਹਾਡੇ ਕੋਲ ਜਿਹੜੀ ਸਾਹੀਵਾਲ ਕ੍ਰਾਸ ਹੈ ਉਹ ਮੌਜੂਦ ਹੈ? ਉਹ ਹੀ ਮੌਜੂਦ ਹੈ। ਕਿਉਂ ਮੇਰਾ ਸਾਹੀਵਾਲ ਦਾ ਫਿਰ ਇੱਕ ਸਪੈਸ਼ਲ ਮੇਰਾ ਜਾਨਵਰ ਲਾ ਕੇ ਆਉਣਾ, ਉਹਨੂੰ ਕਿੱਲੇ ਦਾ ਮੇਰੇ ਲੋ ਬਾਹਰ ਖੋਲਾਂਗੇ, ਉਹਨੂੰ ਪਰੇਸ਼ਾਨੀ ਹੋਵੇਗੀ, ਉਹ ਚਰਦਾ ਨਹੀਂ ਹੈ, ਕਮਜ਼ੋਰ ਹੋ ਜਾਏਗਾ, ਉਹ ਨਹੀਂ ਮੇਰਾ ਸੈੱਟ ਹੁੰਦਾ। ਇਹਦੇ ਵਿੱਚ ਮੇਰੇ ਲਈ ਕ੍ਰਾਸ ਹੁੰਦਾ ਤੇ ਤਾਂ ਵਾਸਤੇ ਸ਼ੁਰੂ ਬਚਪਨ ਤੋਂ ਖਾਣਾ ਪੀਣਾ ਸ਼ੁਰੂ ਕਰ ਦਿੰਦਾ ਡੰਗਰਾਂ ਨਾਲ ਫਿਰ ਕੇ ਬਾਹਰ, ਤੇ ਉਹ ਸਹੀ ਹੋ ਜਾਂਦਾ, ਸਿਹਤਮੰਦ ਹੋ ਜਾਂਦਾ। ਯਾਨੀ ਕਿ ਜਿਹੜਾ ਨਹੀਂ ਹੁੰਦੀ ਗਰਮੀ ਸ਼ਰਮੀ ਨਹੀਂ ਮਹਿਸੂਸ ਕਰਦਾ। ਠੀਕ ਹੈ, ਗਰਮੀ ਵੀ ਮਹਿਸੂਸ ਨਹੀਂ ਕਰਦਾ ਤੇ ਚਰਾਈ ਵੀ ਅੱਛੇ ਤਰੀਕੇ ਨਾਲ ਸਾਹੀਵਾਲ ਕ੍ਰਾਸ ਵਾਲਾ ਜਾਨਵਰ ਕਰਦਾ ਜੀ। ਤੇ ਸਾਰਾ ਜਿਹੜੀ ਸਾਹੀਵਾਲ ਕ੍ਰਾਸ ਦੀ ਗਾਏ ਵੇ ਜੀ ਇਹ ਤੁਹਾਡੇ ਕੋਲ ਜਿਹੜੀ ਗਾਂ ਨੇ ਸਭ ਤੋਂ ਜ਼ਿਆਦਾ ਮੈਕਸਿਮਮ ਦੁੱਧ ਦਿੱਤਾ ਹੈ, ਕਿੰਨਾ ਦਿੱਤਾ ਹੈ? ਤਕਰੀਬਨ ਇੱਕ ਟਾਈਮ ਦੀਆਂ 5-5 ਕਿਲੋ ਵੀ ਦੁੱਧ ਦਿੰਦੀਆਂ ਨੇ ਜਾਨ ਨੂੰ ਛੱਡ ਕੇ।
ਮਾਸ਼ਾਅੱਲਾ ਜੀ। ਯਾਨੀ ਕਿ ਦੁੱਧ ਅੱਛਾ ਦਿੰਦੀਆਂ ਨੇ ਜੀ ਜੀ ਬਿਲਕੁਲ ਤੁਸੀਂ ਕਿਸੇ ਗਾਂ ਥੱਲੋਂ ਰੋਜ਼ਾਨਾ ਦਾ 10 ਕੇਜੀ ਦੁੱਧ ਚੋਇਆ ਹੈ? ਜੀ ਬਿਲਕੁਲ ਮੇਰੇ ਲਈ ਕਈ ਵਾਰੀ ਚਾਂਸ ਹੋ ਜਾਂਦੇ ਨੇ ਮੇਰੇ ਲਈ ਕੋਈ ਚੰਗੀ ਗਾਂ ਵਿੱਚ ਆ ਜਾਏ ਮੇਰਾ ਚੰਗਾ ਕਰਾਸ ਕੋਈ ਅੱਛਾ ਹੀ ਪਿਆ ਹੋਵੇ ਤੇ ਮੇਰਾ ਗਾਂ ਬਣ ਜਾਏ ਤੇ ਉਹ ਦੁੱਧ 5 ਕਿਲੋ ਕੋਈ ਰੋਲਾ ਨਹੀਂ ਹੁੰਦਾ ਇੱਕ ਟਾਈਮ ਦਾ? ਜੀ ਜੀ ਤੇ ਅਗਰ ਜਾਨ ਨੂੰ ਨਾ ਛੱਡੀਏ ਫਿਰ ਕਿੰਨਾ ਹੋ ਜਾਂਦਾ? ਨਾ ਜਾਲ ਨੂੰ ਤਾਂ ਛੱਡਨੇ ਅਸੀਂ ਜਾਲ ਨੂੰ ਛੱਡਣ ਤੋਂ ਬਗੈਰ ਅਸੀਂ ਕਦੇ ਮੇਰਾ ਦੁੱਧ ਨਹੀਂ ਜਾ ਛੱਟ ਰਵੇ ਅਸੀਂ ਮੇਰਾ ਦੁੱਧ ਵਾਲੀ ਸਾਈਡ ਦੀ ਘੱਟ ਰਿਕਸ ਲਈਦੀ ਹੈ ਮੇਰਾ ਅਸੀਂ ਜਾਲ ਨੂੰ ਮੇਰਾ ਦੁੱਧ ਆਖਿਆ ਵਿੱਚ ਚੰਗਾ ਪੀਏ ਤੇ ਚੰਗਾ ਸੱਟ ਹੋਵੇ। ਤੇ ਦੁੱਧ ਦਾ ਕੀ ਰੇਟ ਚੱਲਦਾ ਪਿਆ ਤੁਹਾਡੇ ਇਲਾਕੇ ਗੁਜਰਾਤ ਸਾਡੇ ਵਿੱਚ? ਇਲਾਕੇ ਗੁਜਰਾਤ ਸ਼ਹਿਰ 'ਚ ਮੇਰਾ 100 ਰੁਪਏ ਚੱਲਦਾ ਸਾਡੇ ਗਾਉਂ ਵਿੱਚ ਮੇਰਾ 70 ਰੁਪਏ ਕਿਲੋ ਦੁੱਧ ਚੱਲ ਰਿਹਾ ਰੇਟ। ਇਹ ਗਾਂ ਦਾ? ਜੀ ਠੀਕ ਹੈ ਮਾਸ਼ਾਅੱਲਾ ਯਾਨੀ ਰੇਟ ਅੱਛਾ ਮਿਲਦਾ ਪਿਆ। ਜੀ, ਜੀ। ਤੇ ਇਸ ਟਾਈਮ ਤੁਹਾਡੇ ਕੋਲ ਟੋਟਲ ਕਿੰਨੀਆਂ ਗਾਵਾਂ ਦੁੱਧ ਦੇ ਰਹੀਆਂ ਨੇ ਤੇ ਉਹਨਾਂ ਤੋਂ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ ਹੈ? ਤਕਰੀਬਨ ਮੇਰਾ ਕੋਈ ਮੇਰੇ ਕੋਲ 10-12 ਕਿਲੋ ਦੁੱਧ ਮੇਰਾ ਜਿਹੜਾ ਨਾ ਆ ਚੱਲਦਾ ਮੇਰੇ ਲਈ। ਇੱਕ ਟਾਈਮ ਦਾ ਜਾਂ ਇੱਕ ਦਿਨ ਦਾ? 2 ਟਾਈਮਾਂ ਦਾ। ਇਹ ਕਿੰਨੀਆਂ ਗਾਵਾਂ ਤੋਂ? ਮੇਰੇ ਕੋਲ ਤਕਰੀਬਨ 5-6 ਗਾਵਾਂ ਲੈ ਰਹੀਆਂ ਨੇ। ਠੀਕ ਹੈ ਹਾਂ। ਸਰ ਤੁਸੀਂ ਪਹਿਲੇ ਜ਼ਿਕਰ ਕੀਤਾ ਕਿ ਜਿਹੜੀ ਨਸਲ ਹੈ ਚੰਗੀ ਹੋਣੀ ਚਾਹੀਦੀ ਹੈ। ਜੀ, ਜੀ। ਗਾਂ ਚੰਗੀ ਹੋਣੀ ਚਾਹੀਦੀ ਜੀ। ਹੈ। ਇਹ ਜਿਹੜੀ ਚੰਗੀ ਗਾਂ ਵੇ ਤੁਸੀਂ ਉਹਦੇ ਤੋਂ ਕੀ ਮੁਰਾਦ ਲੈਂਦੇ? ਉਹਦੀਆਂ ਕੋਈ ਨਿਸ਼ਾਨੀਆਂ ਦੱਸੋ ਦੇ ਉਹ ਕਿਸ ਕਿਸਮ? ਮੇਰੇ ਲਈ ਵਾੜਾ ਚੰਗਾ ਹੋਵੇ ਮੇਰੇ ਲਈ ਉਹਦੀ ਜਾ ਚੰਗਾ ਹੋਵੇ ਮੇਰੇ ਲਈ ਕੋਈ ਵੱਛੀ ਚੰਗੀ ਹੋਵੇ ਜਦੋਂ ਮੇਰੇ ਲਈ ਜਵਾਨ ਹੋਵੇ ਪਾਲ ਕੇ ਮੇਰੇ ਲਈ ਉਹਦੀ ਵੰਡ ਵੇਤਰ ਸੋਹਣੀ ਲੱਗਦੀ ਹੈ ਮੇਰੇ ਲਈ ਕੋਈ ਦੁੱਧ ਨਸਾਂ ਦੀ ਹੁੰਦਾ ਔਰ ਮੇਰੇ ਲਈ ਪਠਾਰੀਆਂ ਦੁੱਧਾਂ ਥੋੜੀਆਂ ਦਿੰਦੀਆਂ ਨੇ ਪਠਾਰੀ ਦੇ ਪਾ ਦੁੱਧ ਦਿੰਦੇ ਕਿਲੋ ਦੁੱਧ। ਜੀ ਤੇ ਜਿਹੜੀਆਂ ਸਾਹੀਵਾਲ ਕ੍ਰਾਸ ਨਸਲਾਂ ਨੇ ਮੇਰੇ ਲਈ 5-5 10-10 ਕਿਲੋ ਵੀ ਵਿੱਚ ਗਾਵਾਂ ਦਿੰਦੀਆਂ ਨੇ। ਚੰਗੀਆਂ ਗਾਵਾਂ ਮੇਰਾ ਜਿਹੜੀਆਂ ਨੇ ਨਾ ਇਸ ਟਾਈਮ 5-7 ਕਿਲੋ ਦੁੱਧ ਇੱਕ ਟਾਈਮ ਦਾ ਵੀ ਦੇੜਦੀਆਂ ਨੇ ਮਾਸ਼ਾਅੱਲਾ। ਤੇ ਸਾਰਾ ਜਿਹੜਾ ਤੁਸੀਂ ਇਹਨਾਂ ਤੋਂ ਦੁੱਧ ਨਾ ਹਾਸਲ ਕਰਦੇ ਹੋ ਇਸ ਟਾਈਮ ਮਾਸ਼ਾਅੱਲਾ ਤੁਸੀਂ ਚਰਾਈ ਕਰਾਉਂਦੇ ਹੋ ਪਏ ਬੜੀ ਗਰਮੀ 'ਚ ਵੀ ਤੁਹਾਡੀ ਮਿਹਨਤ ਹੈ ਆਵਾਮ ਨੂੰ ਅੰਦਾਜ਼ਾ ਹੋਈ ਇਹਦਾ ਕਿ ਇਹ ਕੰਮ ਇੰਨਾ ਆਸਾਨ ਨਹੀਂ ਹੈ ਯਾਨੀ ਕਿ ਮਿਹਨਤ ਤੇ ਕਰਨੀ ਪੈਂਦੀ ਹੈ। ਚਰਾਈ ਦੇ ਇਲਾਵਾ ਸਵੇਰ ਜਾਂ ਸ਼ਾਮੀ ਇਹਨਾਂ ਨੂੰ ਤੁਸੀਂ ਵੰਡੇ ਵਿੱਚ ਜਾਂ ਚਾਰੇ ਵਿੱਚ ਕਿਹੜੀ ਚੀਜ਼ ਖਿਲਾਉਂਦੇ ਹੋ? ਆਈਏ ਤੇ ਮੇਰਾ ਤਕਰੀਬਨ ਘਰ ਹੀ ਮੇਰੇ ਲਈ ਬਾਹਰ ਹੀ ਚਾਰ ਕੇ ਗੁਜ਼ਾਰਾ ਕਰਦੀਆਂ ਨੇ। ਜਦੋਂ ਮੇਰੇ ਲਈ ਇਹਨਾਂ ਨੂੰ ਸਿਆਲ ਆਣਾ ਘਰ ਪਾਣਾ ਮੇਰਾ ਖਾਲ ਵੀ ਪਾਈ ਦੀ ਹੈ ਹਰਾ ਪੱਠਾ ਸਟਾਲਾ ਪਾਈਦਾ ਮੇਰੇ ਪੱਠੇ ਹਰੇ ਪਾਈਦੇ ਨੇ ਵਿੱਚ ਸੁੱਕਾ ਮੇਰਾ ਟਾਂਡੇ ਹੋ ਗਏ ਭੋ ਹੋ ਗਿਆ ਇਸ ਤਰ੍ਹਾਂ ਦੀ ਮੇਰਾ ਚੀਜ਼ਾਂ ਮਿਕਸ ਕਰਕੇ ਸੁੱਕਾ ਗਿੱਲਾ ਕਰਕੇ ਤੇ ਇਹਨਾਂ ਦਾ ਪੇਟ ਭਰੀਦਾ ਠੀਕ ਠਾਕ ਸਿਆਲ ਵਿੱਚ। ਜੀ ਜੀ। ਤੇ ਵੰਡਾ ਕਿਹੜੇ? ਖਾਲੀ ਮੇਰੇ ਲਈ ਪਾਈਦੀ ਹੈ ਤਕਰੀਬਨ ਵੰਡਾ ਛੰਡਾ ਕਿਤੇ ਚੋਕਰ ਲਿਆ ਕੇ ਛਣਕਾਰਿਆ ਕਰਾ ਹੜਿਆ ਇਸ ਤਰ੍ਹਾਂ ਕਰਕੇ ਮੇਰਾ ਇਹਨਾਂ ਦਾ ਪੇਟ ਭਰੀਦਾ ਸਿਆਲ ਠੀਕ ਠਾਕ। ਠੀਕ ਹੈ ਹਾਂ ਯਾਨੀ ਕਿ ਸਿਆਲ 'ਚ ਫਿਰ ਜ਼ਿਆਦਾ ਤੁਹਾਡਾ ਖਰਚਾ ਹੁੰਦਾ ਹੈ? ਸਿਆਲ 'ਚ ਜ਼ਿਆਦਾ ਹੁੰਦਾ ਬਾਹਰ ਤੇ ਫੇਰਨਾ ਮੇਰੇ ਲਈ ਕੋਈ ਐਡਾ ਖਰਚਾ ਨਹੀਂ ਹੁੰਦਾ ਬਾਹਰ ਮੈਂ ਇਹ ਆਪਣੀ ਤਕਲੀਫ ਹੈ ਪਰੇਸ਼ਾਨੀ ਹੈ ਮੇਰਾ ਗਰਮੀ ਸ਼ਰਮੀ ਤੇ ਮੇਰੇ ਲਈ ਬਾਹਰ ਭੁੱਖਿਆ ਧਰਿਆ ਰਹਿਣ ਦਾ ਮਸਲਾ ਹੁੰਦਾ ਬਸ ਹੋਰ ਕੋਈ ਮਸਲਾ ਨਹੀਂ। ਮਾਸ਼ਾਅੱਲਾ। ਤੇ ਸਰ ਇਹ ਜਿਹੜਾ ਕੰਮ ਹੈ ਇਹਦੀ ਹਕੀਕਤ ਦੱਸੋ। ਅੱਜ ਕੱਲ ਇਹ ਨੈਟ ਦਾ ਦੌਰ ਹੈ ਕਾਫੀ ਵੀਡੀਓ YouTube ਤੇ ਮੌਜੂਦ ਨੇ ਤੇ ਕਾਫੀ ਦੋਸਤ ਜਿਹੜੇ ਬਾਹਰ ਗਏ ਨੇ ਉਹ ਵੀ ਪਾਕਿਸਤਾਨ ਆ ਕੇ ਇਹ ਕੰਮ ਕਰਨਾ ਚਾਹੁੰਦੇ ਨੇ ਜੀ। ਤੁਸੀਂ ਇਹ ਕੰਮ ਦੇ ਮੁਤਲਕ ਕੀ ਕਹੋਗੇ? ਤੁਸੀਂ ਇਸ ਤੋਂ ਮੁਤਮਿਨ ਹੋ ਜਾਂ ਨਾ ਮੁਤਮਿਨ? ਸਰ ਜੀ ਮੁਤਮਿਨ ਦਾ ਮਕਸਦ ਹੈ ਮੇਰੇ ਲਈ ਭਾਈ ਕੋਈ ਵੀ ਕੰਮ ਹੈ ਮੇਰੇ ਲਈ ਉਖਤ ਨਾਲ ਹੀ ਸੌਖੇ। ਜਿਹੜਾ ਬੰਦਾ ਸੋਲ ਬੱਚਾ ਮੇਰੇ ਲਈ ਜਾਂ ਕੋਈ ਕਾਰੋਬਾਰ ਕਰਨ ਵਾਲੇ ਜੋ ਸ਼ਹਿਰਾਂ 'ਚ ਰਹਿਣ ਵਾਲੇ ਨੇ ਏਸੀਆਂ ਅੱਗੇ ਸੌਣ ਵਾਲੇ ਤੇ ਉਹ ਗਰਮੀ 'ਚ ਬਰਦਾਸ਼ਤ ਨਹੀਂ ਕਰ ਸਕਦੇ ਹਨ। ਅਸੀਂ ਤਾਂ ਮੇਰੇ ਲਈ ਗਿੱਜਿਆਂ ਨਾਲ ਸ਼ੁਰੂ ਤੋਂ ਮੇਰੇ ਲਈ ਗਿੱਜ ਗਏ ਤੇ ਮੇਰੇ ਲਈ ਗਰਮੀ ਸ਼ਰਮੀ ਦੇ ਇਸ ਇਲਾਕੇ ਦੇ ਗਿੱਜੇ ਅਸੀਂ ਤੇ ਗਰਮੀ ਬਰਦਾਸ਼ਤ ਹੋ ਸਕਦੀ ਵੈਸੇ ਗਰਮੀ ਬਰਦਾਸ਼ਤ ਕਰਨੀ ਭੁੱਖ ਬਰਦਾਸ਼ਤ ਕਰਨੀ ਹਰ ਬੰਦੇ ਦਾ ਕੰਮ ਨਹੀਂ ਹੈ। ਜੀ ਜੀ ਯਾਨੀ ਕਿ ਮਿਹਨਤ ਕਰਨੀ ਪੈਂਦੀ। ਮਿਹਨਤ ਕਰਨੀ ਪੈਂਦੀ ਦੁੱਖ ਨਾਲ ਹੀ ਸੌਖੇ। ਬੇਸ਼ੱਕ ਬੇਸ਼ੱਕ ਦੁੱਖ ਦੇਖਣਾ ਤੇ ਸੁੱਖ ਲੱਭਣਾ ਮਿਲਣਾ। ਜ਼ਿੰਦਾਬਾਦ ਜੀ ਬੜੀ ਸੋਹਣੀ ਗੱਲ ਕੀਤੀ ਹੈ। ਤੇ ਇਸ ਟਾਈਮ ਸਰ ਤੁਹਾਡੇ ਕੋਲ ਟੋਟਲ ਛੋਟੇ ਮੋਟੇ ਕਿੰਨੇ ਜਾਨਵਰ ਨੇ? ਤਕਰੀਬਨ ਕੋਈ 35-36 ਡੰਗਰ ਨੇ ਛੋਟੇ ਮੋਟੇ। ਜੀ ਜੀ ਦੋ ਘਰਾਂ ਦੇ ਡੰਗਰ ਨੇ ਮੇਰੇ ਇਕੱਲੇ ਨਹੀਂ ਆ ਦੋ ਘਰਾਂ ਦੇ ਡੰਗਰ। ਇਹ ਤੁਹਾਡੇ ਸਰ ਕਿੰਨੇ ਨੇ? ਮੇਰੇ ਤਕਰੀਬਨ ਕੋਈ 13-14 ਡੰਗਰ ਨੇ ਜਾ ਛਾ ਪਾ ਕੇ ਛੋਟੇ ਮੋਟੇ। ਜੀ ਜੀ ਸਰ ਅਗਰ 13-14 ਜਾਨਵਰ ਹੋਣ ਛੋਟੇ ਮੋਟੇ ਜੀ ਇਹਨਾਂ ਚ ਜਿਹੜੇ ਵੱਡੇ ਜਾਨਵਰ ਨੇ ਗਾਵਾਂ ਨੇ ਉਹਨਾਂ ਦਾ ਦੁੱਧ ਵੀ ਸੇਲ ਕੀਤਾ ਜਾਏ ਇਹਨਾਂ ਦੇ ਜਿਹੜੇ ਛੋਟੇ ਬੱਚੇ ਨੇ ਉਹ ਤਿਆਰ ਕਰਕੇ ਈਦ ਉਤੇ ਵੇਚੇ ਜਾਣ ਤੇ ਇਹਨਾਂ ਦੀ ਸਾਲ ਦੀ ਕਿੰਨੀ ਬਚਤ ਹੋ ਜਾਂਦੀ ਹੈ ਖਰਚੇ ਕੱਢ ਕੇ? ਮੇਰੇ ਸਾਲ ਦੀ ਮਿਹਨਤ ਹੈ ਮੇਰੇ ਲਈ ਤਕਰੀਬਨ ਇੰਨਾ ਕੋ ਮੈਂ ਕਦੇ ਤਜਰਬਾ ਨਹੀਂ ਲਾਇਆ। ਬਹਰਾਲ ਆਈਏ ਮੇਰੇ ਲਈ ਭਾਈ ਜਿਹੜਾ ਪਾ ਹੜਿਆ ਉਹ ਖਾ ਹੜਿਆ ਤੇ ਜਿਹੜਾ ਮੇਰਾ ਸਾਲ ਦੇ ਬਾਅਦ ਕੁਰਬਾਨੀ ਦੇ ਬੱਚਾ 1-2 ਮਿਲ ਗਿਆ ਜਾਂ ਤੋਂ 4-5 ਮਿਲ ਗਏ 1 ਮਿਲ ਗਿਆ 2 ਬਸ ਪ੍ਰੋਫਿਟ ਹੁੰਦਾ ਉਹ ਵੱਜੀ ਰਕਮ ਮਿਲ ਜਾਂਦੀ। ਉਹ ਵੱਜੀ ਰਕਮ ਮਿਲਦੀ ਬਾਕੀ ਮੇਰਾ ਦੁੱਧ ਸ਼ੁੱਧ ਦਾ ਵੀ ਨਾਲ ਖਰਚਾ ਪਿਆ ਚੱਲਦਾ ਘਰ ਦਾ। ਜੀ ਨਾਲ ਖਰਚਾ ਵੀ ਹੁੰਦਾ। ਠੀਕ ਹੈ ਤੇ ਜਿਹੜੇ ਸਰ ਫਰਜ਼ ਕੀਤਾ ਤੁਸੀਂ ਅਗਰ 2-3 ਬੱਚੇ ਤਿਆਰ ਕਰਦੇ ਹੋ ਉਹ ਈਦ ਉਤੇ ਕਿੰਨੇ ਕਿਤੇ ਵਿਕ ਜਾਂਦੇ ਨੇ? ਤਕਰੀਬਨ ਬੱਚੇ ਦਾ ਹਿਸਾਬ ਹੀ ਹੋ ਜਾਂਦਾ ਮੇਰੇ ਲਈ ਕੋਈ ਲੱਖ ਦਾ ਵਿਕ ਜਾਂਦਾ ਕੋਈ ਚੰਗਾ ਬੱਚਾ ਹੋਵੇ ਤੇ ਲੱਖ ਦਾ ਨਹੀਂ ਤੇ 70 ਦਾ 60 ਦਾ 80 ਦਾ ਇਸ ਤਰ੍ਹਾਂ ਬੱਚੇ ਵਿਕਦੇ ਨੇ। ਠੀਕ ਹੈ ਕਈ ਮੇਰਾ 1.25 ਲੱਖ 1.5 ਲੱਖ ਦੇ ਬੱਚੇ ਚੰਗੇ ਵਾੜੇ ਬਣ ਜਾਣ ਨੇ ਮੇਰੇ ਲਈ ਚੰਗੀ ਗਾਂ ਦਾ ਪੁੱਤਰ ਕੋਈ ਹੋਵੇ ਚੰਗਾ 1.5 ਲੱਖ ਦਾ ਵੀ ਵਿਕ ਜਾਂਦਾ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਸਰ ਦਿਲ ਖੁਸ਼ ਕੀਤਾ। ਆਖਰੀ ਸਵਾਲ ਹੈ ਜਿਹੜੇ ਦੋਸਤਾਂ ਵੀਡੀਓ ਦੇਖਦੇ ਨੇ ਪਏ ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ? ਇਹ ਮਸ਼ਵਰਾ ਮੇਰੇ ਲਈ ਜਿਹੜਾ ਕਾਰੋਬਾਰ ਆਪਣਾ ਉਹ ਆਪਣਾ ਹੀ ਡੰਗਰ ਆ ਇਹ ਆਪਣੀ ਮਰਜ਼ੀ ਨਾਲ ਖੋਲ ਕੇ ਆਪਣੀ ਮਰਜ਼ੀ ਨਾਲ ਜਾ ਕੇ ਬਣ ਛੱਡਣੇ ਨੇ ਕਿਸੇ ਦੀ ਮਤਾਜੀ ਤੇ ਮਤਾਜੀ ਹੈ ਨਾ ਜੀ। ਨੌਕਰੀ ਕਰਾਂਗੇ ਕਿਸੇ ਦੀ ਖਾਤੇ ਵਿੱਚ ਮੇਰੇ ਲੋ ਕਿਸੇ ਦੀ ਗੁਲਾਮੀ ਹੈ ਉਹਦੀ ਮਰਜ਼ੀ ਦੇ ਮੁਤਾਬਕ ਚੱਲਣਾ ਆਪਣੀ ਮਰਜ਼ੀ ਹੈ 10 ਮਿੰਟ ਘੰਟਾ ਅੱਧਾ ਘੰਟਾ ਲੇਟ ਘੱਟ ਵੱਧ ਹੋ ਜਾਂਦਾ ਤਾਂ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ ਇੰਨੇ ਮੇਰਾ ਮਸਲਾ। ਤੇ ਸਰ ਤੁਸੀਂ ਕੋਈ ਛੋਟੇ ਜਾਨਵਰ ਸੇਲ ਕਰਨਾ ਚਾਹੁੰਦੇ ਹੋ ਅਗਰ ਤੁਹਾਡੇ ਕੋਲ ਹੈ ਨੇ? ਨਹੀਂ ਮੈਂ ਨਹੀਂ ਕਰਨਾ ਚਾਹੁੰਦਾ। ਠੀਕ ਹੈ ਸਰ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ ਦਿਲ ਖੁਸ਼ ਕੀਤਾ ਜੇ ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼। ਇੱਕ ਸਰ ਜ਼ੋਰਦਾਰ ਨਾਰਾ ਪਾਕਿस्तान जिंदाबाद।